अस्सलाम वालेकुम। वालेकुम अस्सलाम। भाईजान की हाल है? ठीक ठाक शुक्र है अल्लाह दा। ਇਹ ਕੀ ਨਾਂ ਹੈ ਪਿਆਰੇ ਭਾਈ ਦਾ? तसव्वुर हुसैन। ਤਸੱਵਰ ਭਾਈ, ਤੁਸੀਂ ਕਿੰਨੇ ਅਰਸਾ ਪਹਿਲੇ ਇਹ ਕੱਟੇ ਲੈ ਕੇ ਆਏ ਹੋ? तकरीबन 1 साल पहले। 1 ਸਾਲ ਹੋ ਗਿਆ? हाँ जी। ਤੇ ਇਹਨਾਂ ਨੂੰ ਰੱਖਣ ਦਾ ਮਕਸਦ ਕੀ ਹੈ? ਈਦ ਤੇ ਸੇਲ ਕਰੋ ਤੇ ਜਾਂ ਆਮ ਦਿਨਾਂ 'ਚ ਵੀ ਸੇਲ ਕਰ ਦੋਗੇ? ये इंशाल्लाह ईद ते सेल करांगे। ਯਾਨੀ ਕਿ 5-6 ਮਹੀਨੇ ਤੁਸੀਂ ਹੋਰ ਰੱਖੋ ਦੇ, ਸਾਲ ਪਹਿਲੇ ਹੋ ਗਿਆ ਹੈ। हाँ जी। 1.5 ਸਾਲ ਬਾਅਦ, ਤਕਰੀਬਨ 1.5 ਸਾਲ ਰੱਖਣ ਤੋਂ ਬਾਅਦ ਸੇਲ ਕਰਨਾ ਹੈ। हाँ जी। ਤੇ ਸਾਲ ਪਹਿਲੇ ਜਦੋਂ ਲੈ ਕੇ ਆਏ ਸੋ ਇਹਨਾਂ ਦੀ ਕਿੰਨੀ ਉਮਰ ਸੀ? तकरीबन साल। ਸਾਰਿਆਂ ਦੀ? हाँ जी। ਕੁਛ ਦੀ विचों घट भी विचों वध भी। ਐਵਰੇਜ ਸਾਲ ਸੀ? हाँ जी। ਤੇ ਕਿਹੜੇ ਇਲਾਕੇ ਚੋਂ ਲੈ ਕੇ ਆਏ ਸੋ? ये बूढ़े बिहारी आ ना। ਇਹ ਕਿਹੜੀ ਮੰਡੀ ਸੀ? लुडन मंडी। ਸਾਰੇ ਉੱਥੋਂ ਲਿਆਂਦੇ ਸਨ? हाँ जी। ਕਿੰਨੇ ਲੈ ਕੇ ਆਏ ਸੋ? ये माशाल्लाह उतों 16 जनवरी लियांदे हैं, 2 बच्चे हैं, 14 कट्टे हैं। ਅੱਛਾ, ਤੇ ਇਸ ਟਾਈਮ ਕਿੰਨੇ ਜੇ? इस टाइम है जे माशाल्लाह तकरीबन 22 जनवरी। 22? हाँ जी। ਇਹ 14 ਤੁਸੀਂ ਉੱਥੋਂ ਲੈ ਕੇ ਆਏ ਤੇ ਬਾਕੀ ਜਿਹੜੇ 8 ਹੋਰ ਨੇ ਉਹ ਕਿੱਥੋਂ ਲਏ ਨੇ? ਇਹ ਇੱਥੋਂ ਹੀ ਵਿੱਚੋਂ ਕਟੀਆਂ ਲਈਆਂ, ਵਿੱਚੋਂ ਕੱਟੇ ਨੇ। ਇਹ ਆਪਣੇ ਇਲਾਕੇ ਚੋਂ? ਹਾਂਜੀ। ਤੇ ਜਿਹੜੇ ਤੁਸੀਂ ਉਧਰੋਂ ਲੁੱਡਨ ਮੰਡੀ ਚੋਂ ਲੈ ਕੇ ਆਏ ਹੋ, ਇਹ 14 ਕੱਟੇ ਸਨ ਤੇ 2 ਬੱਚੇ ਹਨ। ਕੱਟਿਆਂ ਦੇ ਬਾਰੇ ਚ ਦੱਸੋ ਕਿ ਉਹ ਤੁਹਾਨੂੰ ਐਵਰੇਜ ਇੱਕ ਕੱਟਾ ਕਿੰਨੇ ਦਾ ਪੈ ਗਿਆ ਸੀ? ਉਹ ਤਕਰੀਬਨ 5000 ਦਾ। 5000 ਦਾ? ਸਾਲ ਉਮਰ ਸੀ ਉਹਨਾਂ ਦੀ? ਹਾਂਜੀ। ਤੇ ਖਰੀਦਦਾਰੀ ਕਲਿਆਂ ਕੀਤੀ ਹੈ ਜੇ ਨਾਲ ਜਾਂ ਕਿ ਨਾਲ ਕੋਈ ਤਜਰਬਾ ਕਰ? ਦਾਦਾ ਨੂੰ ਲੈ ਗਏ ਹਾਂ ਨਾਲ, ਹੋਰ ਵੀ ਇੱਕ ਐਕਸਪੀਰੀਅੰਸ ਵਾਲਾ ਬੰਦਾ ਹੈ ਜੀ। ਅੱਛਾ, ਯਾਨੀ 3 ਬੰਦੇ ਗਏ ਸੋ ਤੁਸੀਂ? ਹਾਂਜੀ। ਤੇ ਇਹ ਤੁਹਾਡੀ ਖਰੀਦਦਾਰੀ ਪਹਿਲੀ ਦਫਾ ਕੀਤੀ ਹੈ ਜੇ? ਹਾਂਜੀ, ਪਹਿਲੀ ਦਫਾ ਨया ਕੰਮ ਸਟਾਰਟ ਕੀਤਾ। ਤੇ ਕਿਹੜੀ ਨਸਲ ਦੇ ਤੁਹਾਡੇ ਕੋਲ ਕੱਟੇ ਨੇ? ਇਹ ਮਿਕਸ ਨੇ, ਵਿੱਚ ਨੀਲੀ ਦੇ ਵੀ ਨੇ, ਵਿੱਚ ਦੇਸੀ ਵੀ ਨੇ, ਵਿੱਚ ਦੂਜੇ ਸਾਰੇ ਮਿਕਸ ਨੇ। 2-3 ਨਸਲਾਂ ਨੇ? ਹਾਂਜੀ। ਤੇ ਇਹਨਾਂ ਦੇ ਜਿਹੜੀ ਵਧਣ ਦੀ ਰੇਸ਼ੋ ਵੇ, ਗਰੋਥ, ਹਾਂਜੀ, ਉਹ ਕਿਹੜੀ ਨਸਲ ਜ਼ਿਆਦਾ ਕਰਦੀ ਹੈ, ਨੀਲੀ, ਦੇਸੀ ਜਾਂ ਦੂਸਰੀ ਜਿਹੜੀ ਦੱਸਦੇ ਹੋ? ਇਹ ਭਾਈ ਸੇ ਤਕਰੀਬਨ ਕੋਈ ਏਡਾ ਖਾਸ ਫਰਕ ਨਹੀਂ ਹੈ। ਜਿਹੜੇ ਕੱਟੇ ਨੂੰ ਦੁੱਧ ਸਹੀ ਮਿਲੇ ਆ ਉਹ ਸਹੀ ਵੱਧਦਾ, ਜਿਹਨੂੰ ਘੱਟ ਮਿਲੇ ਆ ਉਹ ਘੱਟ ਵੱਧਦਾ। ਅੱਛਾ, ਯਾਨੀ ਕਿ ਜਿਹਨੂੰ ਪਹਿਲੇ ਦੁੱਧ ਛੱਡਿਆ ਉਹਦੀ ਗਰੋਥ ਸਹੀ ਹੋਏਗੀ? ਹਾਂਜੀ, ਠੀਕ ਹੋ ਗਿਆ। ਤੇ ਉਹ ਹੁਣ ਤੱਕ ਕੋਈ ਕੱਟਾ ਸੇਲ ਵੀ ਕੀਤਾ ਜੇ ਕਿ ਨਹੀਂ? ਸੇਲ ਕੀਤਾ ਹੀ ਭਾਈ, ਈਦ ਤੇ ਵੱਡੀ ਤੇ ਜਿਹੜੀ ਪਿੱਛੇ ਗੁਜ਼ਰ ਗਈ ਹੈ ਜੀ, ਉਹਦੇ ਤੇ ਇੱਕ ਅਸੀਂ ਆਪ ਹੀ ਖੁਦ ਕੁਰਬਾਨੀ ਕੀਤਾ ਸੀ, ਇੱਕ ਸੇਲ ਕੀਤਾ ਸੀ। ਉਹ ਸਾਰਿਆਂ ਨਾਲ ਵੱਡਾ ਸੀ ਜਿਹੜਾ ਸੇਲ ਕੀਤਾ ਸੀ, ਉਹ 95,000 ਦਾ ਸੇਲ ਹੋਇਆ ਸੀ ਸਾਡਾ। ਮਾਸ਼ਾਅੱਲਾ। ਇਹ ਜਿਹੜੇ ਤੁਸੀਂ ਲੈ ਕੇ ਆਏ ਸੋ ਉਥੋਂ ਮੰਡੀ ਚੋਂ, ਉਹਨਾਂ ਚੋਂ ਸੇਲ ਕੀਤਾ ਸੀ ਜਾਂ ਘਰ ਦਾ ਸੀ? ਉਹਨਾਂ ਚ ਹੀ ਸਾਰਿਆਂ ਨਾਲ ਵੱਡਾ ਸੀ। ਅੱਛਾ, 95,000 ਦਾ ਸੇਲ ਹੋ ਗਿਆ? ਹਾਂਜੀ, ਮਾਸ਼ਾਅੱਲਾ, ਜ਼ਬਰਦਸਤ ਹੋ ਗਿਆ। ਤੇ ਹੁਣ ਇਹ ਵੀ ਜਿਹੜੇ ਬਚਦੇ ਨੇ ਵੀ ਤੁਸੀਂ ਈਦ ਤੇ ਸੇਲ ਕਰਨੇ ਨੇ ਇਨਸ਼ਾਅੱਲਾ। ਅੱਛਾ, ਸਾਨੂੰ ਦੱਸ ਦੋ ਕਿ ਤੁਸੀਂ 95,000 ਦਾ ਸੇਲ ਕੀਤਾ ਸੀ, ਹੁਣ ਤੱਕ ਅਗਰ ਤੁਹਾਡੇ ਕੋਲ ਕੋਈ ਰੇਟ ਵਗੈਰਾ ਲਗਾ ਗਿਆ, ਕੋਈ ਕਸਾਈ ਵਗੈਰਾ ਜਾਂ ਕੋਈ ਬੰਦਾ ਰੇਟ ਲਗਾ ਗਿਆ, ਕਿੰਨੇ ਤੱਕ ਮੈਕਸਿਮਮ ਕੱਟਾ ਤੁਹਾਡੇ ਕੋਲ? ਭਾਈ ਮਹਿੰਗਾ ਜਿਹੜੇ ਇਧਰ ਕੈਮਰਾ ਜਿਹੜੇ ਵੱਡੇ ਕੱਟੇ ਨੇ ਨਾ ਜੀ, ਇਹਨਾਂ ਦਾ ਤਕਰੀਬਨ 65,000 70,000 ਕੀਮਤ ਮਿਲ ਰਹੀ ਹੈ। 65-70,000 ਰੁਪਏ? ਹਾਂਜੀ, ਠੀਕ ਹੈ। ਤੇ ਸੇਲ ਕਿਉਂ ਨਹੀਂ ਕੀਤੇ? ਸੇਲ ਈਦ ਤੇ ਕਰਨ ਦੀ ਸਲਾਹ ਵੱਡੀ ਈਦ ਤੇ। ਅੱਛਾ, ਕੀ ਵਜ੍ਹਾ ਤੁਸੀਂ ਲੋਕੀ ਦੇ ਤਕਰੀਬਨ ਲਿਆਉਂਦੇ ਨੇ 5-6 ਮਹੀਨੇ ਰੱਖ ਕੇ ਸੇਲ ਕਰ ਦਿੰਦੇ ਨੇ, ਕੀ ਵਜ੍ਹਾ ਤੁਸੀਂ ਇੱਕ ਸਾਲ ਰੱਖਿਆ ਨਾ, ਕੋਈ 6 ਮਾਹ ਹੋਰ ਮਜ਼ੀਦ ਰੱਖ ਕੇ 1.5 ਸਾਲ ਬਾਅਦ ਕਰਕੇ ਵੇਚਣ ਦੀ ਵਜ੍ਹਾ ਕੋਈ ਖਾਸ? ਭਾਈ ਪਹਿਲਾ ਸਾਲ ਹੈ, ਕੋਈ ਏਡਾ ਖਾਸ ਐਕਸਪੀਰੀਅੰਸ ਨਹੀਂ ਹੈ, ਠੀਕ ਹੈ, ਤੇ ਕੋਈ ਏਡਾ ਤਜਰਬਾ ਨਹੀਂ ਹੈ, ਤੇ ਨਾਲੇ ਤਜਰਬਾ ਹੋ ਜਾਏਗਾ, ਨਾਲੇ ਇਹਨਾਂ ਦੀ ਪਤਾ ਲੱਗ ਜਾਏਗਾ ਅੱਗੋਂ। ਇਨਸ਼ਾਅੱਲਾ ਅਸੀਂ ਵੀ 4 ਮਹੀਨੇ ਰੱਖਾਂਗੇ, ਫੀਡ ਪਾਵਾਂਗੇ, ਸਭ ਕੁਝ। ਇਹ ਪਹਿਲਾ ਸਾਲ ਹੈ, ਇਸ ਵਜ੍ਹਾ ਤੋਂ ਫੀਡ ਹੁਣ ਇਸਤੇਮਾਲ ਨਹੀਂ ਕਰਵਾ ਰਹੇ? ਹੁਣ ਨਹੀਂ ਕਰਨੀ, ਜੋ ਸੇਲ ਕਰਨੇ ਨੇ ਵੱਡੀ ਤੇ ਉਦੋਂ ਇਨਸ਼ਾਅੱਲਾ ਕਰਾਂਗੇ। ਠੀਕ ਹੋ ਗਿਆ। ਹਾਂਜੀ। ਅੱਛਾ, ਇੱਕ ਚੀਜ਼ ਆ ਕਲੀਅਰ ਕਰ ਦੋ ਕਿ ਬੱਚੇ ਜ਼ਿਆਦਾ ਜਲਦੀ ਵੱਧਦੇ ਨੇ ਜਾਂ ਕੱਟੇ? ਭਾਈ ਕੋਈ ਏਡਾ ਖਾਸ ਫਰਕ ਨਹੀਂ, ਉਹ ਤੁਹਾਨੂੰ ਕੈਮਰਾ ਦਿਖਾਏਗਾ। ਉਹ 2 ਬੱਚੇ ਬੱਜੇ ਨੇ, ਠੀਕ ਹੈ, ਉਹ ਵੀ ਇਹਨਾਂ ਦੇ ਨਾਲ ਹੀ ਆਏ ਨੇ, ਤੇ ਉਹਨਾਂ ਦੇ ਦੇਖ ਲਓ, ਤੇ ਇਹ ਕੱਟਿਆਂ ਦੇ ਕੋਈ ਏਡਾ ਖਾਸ ਫਰਕ ਨਹੀਂ ਹੈ। ਠੀਕ ਹੋ ਗਿਆ। ਹਾਂਜੀ। ਅੱਛਾ, ਵਜ੍ਹਾ ਹੈ ਉਹ ਖੁੱਲੇ ਨਹੀਂ ਰਹਿੰਦੇ ਆ, ਖੁੱਲੇ ਤੰਗ ਕਰਦੇ ਨੇ ਜਾਨਵਰਾਂ ਨੂੰ, ਤੇ ਇਹ ਖੁੱਲੇ ਰਹਿੰਦੇ ਨੇ। ਉਹ ਤੁਹਾਡੇ ਸਾਹਮਣੇ ਦੋਵੇਂ ਬੰਨੇ ਨੇ। ਅੱਛਾ ਭਾਈ, ਇਹ ਦੱਸੋ, ਮਾਸ਼ਾਅੱਲਾ ਤੁਹਾਨੂੰ ਵੀ ਸਾਲ ਹੋ ਗਿਆ, ਤੁਸੀਂ ਆਪਣੇ ਸਾਲ ਦੇ ਤਜਰਬੇ ਤੋਂ ਕੀ ਸਿੱਖਿਆ? ਇਹਨਾਂ ਨੂੰ 3-4 ਮਹੀਨੇ ਰੱਖਣ ਤੋਂ ਬਾਅਦ ਸੇਲ ਕਰੀਏ ਫਿਰ ਜ਼ਿਆਦਾ ਫਾਇਦਾ, ਜਾਂ ਕਿ ਇਹਨਾਂ ਨੂੰ ਸਾਲ ਡੇਢ ਤੋਂ ਬਾਅਦ ਈਦ ਤੇ ਸੇਲ ਕਰੀਏ ਫਿਰ ਜ਼ਿਆਦਾ ਫਾਇਦਾ? ਮੇਰਾ ਭਾਈ ਅਸੀਂ ਰੱਖੇ ਨੇ, ਅਸੀਂ ਇਨਸ਼ਾਅੱਲਾ ਫੀਡ ਇਸਤੇਮਾਲ ਕਰਾਂਗੇ। ਜਦੋਂ ਰਮਜ਼ਾਨ ਤੇ ਇਨਸ਼ਾਅੱਲਾ ਫੀਡ ਸ਼ੁਰੂ ਕਰਾਂਗੇ, ਫਿਰ ਵੇਖਾਂਗੇ ਕੀ ਰਿਜ਼ਲਟ ਆਇਆ। ਜੇ ਫੀਡ ਦਾ ਰਿਜ਼ਲਟ ਠੀਕ ਆਂਦਾ ਤੇ ਫਿਰ ਹਿਸਾਬ ਲਾਵਾਂਗੇ, ਤੇ ਇਹਨਾਂ ਨੂੰ 4 ਮਹੀਨੇ ਰੱਖ ਕੇ ਵੇਚਣਾ ਬਿਹਤਰ ਹੈ, ਜਾਂ ਇੰਜ ਛੋਟੇ ਲਿਆ ਕੇ 1.5 ਸਾਲ ਦਾ ਪੀਰੀਅਡ ਲੈ ਕੇ ਬਿਹਤਰ ਹੈ। ਮਾਸ਼ਾਅੱਲਾ।
ਤੁਸੀਂ ਜ਼ਿਆਦਾ ਕੱਟੇ ਲਿਆਂਦੇ ਨੇ, ਵੱਛੇ ਤੁਸੀਂ 2 ਹੀ ਲੈ ਕੇ ਆਏ ਹੋ, ਹਾਂਜੀ। ਤੁਸੀਂ ਕੀ ਸਮਝਦੇ ਹੋ ਕਿ ਕੱਟੇ ਜ਼ਿਆਦਾ ਫਾਇਦਾ ਦਿੰਦੇ ਨੇ ਜਾਂ ਵੱਛੇ ਜ਼ਿਆਦਾ ਫਾਇਦਾ ਦਿੰਦੇ ਨੇ? ਬਾਈ ਫਾਇਦਾ ਜਿਹੜੇ ਨੇ ਦੋਵੇਂ ਹੀ ਤਕਰੀਬਨ ਸਾਡੀ ਨਜ਼ਰ ਤੇ ਇੱਕ ਜਿਹਾ ਹੀ ਹੈ, ਪਰ ਇਹਨਾਂ ਦੀ ਕੱਟਿਆਂ ਦੀ ਥੋੜੀ ਮਿਹਨਤ ਬਚ ਜਾਂਦੀ ਹੈ ਕਿਉਂਕਿ ਉਹਨਾਂ ਨੂੰ ਬੰਨਣਾ ਪੈਂਦਾ, ਬੰਨ ਕੇ ਪਾਣੀ ਡਾਣਾ ਹੈ, ਫਿਰ ਉਹਨਾਂ ਨੂੰ ਧੁੱਪੇ ਕਰਨਾ, ਛਾਵੇਂ ਕਰਨਾ, ਅੰਦਰ ਕਰਨਾ। ਇਹਨਾਂ ਨੂੰ ਡੰਡਾ ਚੁੱਕਣਾ ਹਿੱਕ ਕੇ ਦੂਜੇ ਪਾਸੇ ਕਰ ਦੇਣਾ, ਡੰਡਾ ਚੁੱਕਣਾ ਹਿੱਕ ਕੇ ਇੱਧਰ ਕਰ ਦੇਣਾ। ਅੱਛਾ ਇੱਕ ਗੱਲ ਦੱਸ ਦਿਓ, ਤੁਸੀਂ ਗੱਲ ਕੀਤੀ ਕਿ ਤੁਸੀਂ ਵੱਡੀ ਤੇ ਸੇਲ ਕਰਨੇ ਨੇ ਇਹ ਵਾਲੇ, ਤੇ ਵੱਡੀ ਤੇ ਤਾਂ ਜ਼ਿਆਦਾ ਵੱਛੇ ਸੇਲ ਹੁੰਦੇ ਨੇ ਤੇ ਕੱਟੇ ਵੀ ਸੇਲ ਹੋ ਜਾਂਦੇ, ਕੋਈ ਮਸਲਾ ਤਾਂ ਨਹੀਂ ਹੁੰਦਾ? ਨਹੀਂ ਠੀਕ ਹੋ ਗਿਆ। ਅੱਛਾ ਇਹਨਾਂ ਦਾ ਗੋਸ਼ਤ ਜ਼ਿਆਦਾ ਕਸਾਈ ਇਸਤੇਮਾਲ ਕਰਦੇ ਨੇ ਜਾਂ ਵੱਛਿਆਂ ਦਾ, ਕਿਹਾ ਦੱਸ ਦਿਓ, ਕਲੀਅਰ ਕਰ ਦਿਓ ਕਿੰਨਾ ਜ਼ਿਆਦਾ ਇਸਤੇਮਾਲ ਹੁੰਦਾ? ਕਸਾਈ ਤੇ ਤਕਰੀਬਨ ਜ਼ਿਆਦਾ ਕੱਟਿਆਂ ਦੇ ਕਰਦੇ ਨੇ, ਕੱਟਿਆਂ ਦਾ ਇਸਤੇਮਾਲ ਕਰਦੇ ਨੇ। ਹਾਂਜੀ, ਕਿਉਂਕਿ ਵੱਛੇ ਸੇਲ ਹੀ ਨਹੀਂ ਕੋਈ ਜ਼ਿਆਦਾ, ਛੋਟੇ ਵੱਛੇ ਬਹੁਤ ਘੱਟ ਲੋਕ ਸੇਲ ਕਰਦੇ ਨੇ, ਉਹ ਕੁਰਬਾਨੀ ਅਸੀਂ ਕਰਦੇ ਹਾਂ। ਅੱਛਾ ਤੁਸੀਂ ਦੱਸ ਤੁਹਾਡੇ ਕੋਲ ਮਿਕਸ ਕੱਟੇ ਨੇ, ਇਹਨਾਂ ਕੱਟੇ ਵਿੱਚੋਂ ਨੀਲੀ ਰਾਵੀ ਦੇ ਜਿਹੜੇ ਕੱਟੇ ਨੇ ਉਹ ਕਿੰਨੇ ਰੱਖੇ ਜੇ? ਨੀਲੀ ਰਾਵੀ ਦੇ ਤਕਰੀਬਨ ਤੁਹਾਨੂੰ ਕੈਮਰਾ ਦਿਖਾ ਸਕਦਾ ਹੈ, ਜਿਹੜੇ ਕਾਲੇ ਸੇਰ ਵਾਲੇ ਨੇ, ਹਾਂਜੀ, ਇੱਕ ਹੈ ਜਾਨਵਰ, ਇੱਕ ਹੈ ਜਾਨਵਰ, ਇੱਕ ਉਹ ਜਾਨਵਰ, ਤਕਰੀਬਨ 3 ਜਾਨਵਰ ਨੇ। ਅੱਛਾ ਜਾਨ ਕੇ ਨੀਲੀ ਰਾਵੀ ਦੀ ਮੱਝ ਦੁੱਧ ਜ਼ਿਆਦਾ ਦਿੰਦੀ ਹੈ, ਕੀ ਉਹਨਾਂ ਦੇ ਜਿਹੜੇ ਬੱਚੇ ਹੁੰਦੇ ਨੇ ਉਹ ਵੀ ਜਲਦੀ ਵੱਧਦੇ ਨੇ ਕਿ ਨਹੀਂ? ਨਹੀਂ ਇਹ ਬੱਚੇ ਨਹੀਂ ਵੱਧਦੇ ਉਹਨਾਂ ਦੇ ਜਲਦੀ? ਨਹੀਂ, ਉਹਨਾਂ ਦੀ ਨਸਲ ਸਿਰਫ ਦੁੱਧ ਤੱਕ ਮਹਿਸੂਸ ਹੈ, ਕਿਉਂਕਿ ਇਹਨਾਂ ਨੂੰ ਅੱਗੋਂ ਜਿਹੜੀ ਇਹਨਾਂ ਦੀ ਨਸਲ ਵਧਾਉਣ ਵਾਸਤੇ ਇਹਨਾਂ ਦਾ ਰੇਟ ਜ਼ਿਆਦਾ ਮਿਲ ਸਕਦਾ ਹੈ ਜੇ ਕਿਸੇ ਨੇ ਡੇਰੇ ਤੇ ਰੱਖਣਾ ਹੋਏ। ਅੱਛਾ ਕਿਆ ਬੱਚਿਆਂ ਨੂੰ ਅਗਰ ਦੁੱਧ ਜ਼ਿਆਦਾ ਦੇਰ ਪਿਲਾਇਆ ਜਾਏ ਉਹ ਬੱਚਾ ਜ਼ਿਆਦਾ ਜਲਦੀ ਵੱਧਦਾ, ਕਿ ਖੁਰਾਕ ਜ਼ਿਆਦਾ ਇਸਤੇਮਾਲ ਕਰਾਈਏ ਉਹ ਜ਼ਿਆਦਾ ਜਲਦੀ ਵੱਧ ਜਾਂਦਾ? ਦੁੱਧ ਜ਼ਿਆਦਾ ਮਿਲੇ। ਇਹ ਜਾਨਵਰ ਤੁਹਾਨੂੰ ਮੈਂ ਦਿਖਾਣਾ ਹੈ, ਜਾਨਵਰ ਮਾਸ਼ਾਅੱਲਾ ਦੇਖੋ, ਇਹਦੇ ਪਾਉਂ ਦੇਖੋ, ਠੀਕ ਹੈ, ਇਹਦੇ ਪਾਉਂ ਚੌੜੇ ਨੇ। ਇਹ ਤਕਰੀਬਨ ਸਾਰਿਆਂ ਨਾਲ ਛੋਟਾ ਹੀ, ਇਹਨੂੰ ਦੁੱਧ ਠੀਕ ਮਿਲੇ ਆ। ਠੀਕ ਹੈ, ਠੀਕ ਹੈ। ਇਸ ਟਾਈਮ ਤਕਰੀਬਨ ਵੱਡਿਆਂ ਦੇ ਬਰਾਬਰ ਹੋ ਗਿਆ। ਅੱਛਾ ਦੁੱਧ ਜ਼ਿਆਦਾ ਪੀਤਾ ਉਹਦੀ ਜਲਦੀ ਗਰੋਥ ਠੀਕ ਹੋ ਗਿਆ। ਤੁਹਾਨੂੰ ਕਿੰਜ ਪਤਾ ਚੱਲਿਆ ਕਿ ਇਹਨੇ ਜਿਹੜਾ ਦੁੱਧ ਜ਼ਿਆਦਾ ਪੀਤਾ ਤੇ ਉਹ ਜਿਹੜੇ ਨੇ ਪੈਰ ਨੇ ਉੱਥੋਂ ਪਤਾ ਚੱਲਿਆ ਮੋਟੇ ਨੇ? ਹਾਂਜੀ, ਇਹ ਵੇਖੋ, ਇਹ ਪਛਾਣ ਹੈ ਜਿਹਦੇ ਨਾਲ ਇਹਨਾਂ ਦੇ ਚੱਡੇ, ਜਿਹਦੇ ਨਾਲ ਇਹ ਪੰਜਾਬੀ ਜ਼ਬਾਨ ਦੇ ਹੀ ਆਨੇ ਹੱਡਾਂ ਪੈਰਾਂ ਤੋਂ ਖੁੱਲਾ ਹੈ। ਠੀਕ ਹੈ, ਠੀਕ ਹੈ। ਅੱਛਾ ਇਹਨਾਂ ਦੀ ਰੋਜ਼ਾਨਾ ਦੀ ਰੂਟੀਨ ਦੱਸ ਦਿਓ ਕਿ ਕੱਟਿਆਂ ਦੀ ਰੋਜ਼ਾਨਾ ਦੀ ਰੂਟੀਨ ਕੀ ਇਸਤੇਮਾਲ ਕਰਵਾ ਰਹੇ ਹੋ ਇਹਨਾਂ ਨੂੰ ਤੁਸੀਂ? ਅਸੀਂ ਇਹਨਾਂ ਨੂੰ ਪੱਠੇ ਇਸਤੇਮਾਲ ਕਰਾ ਰਹੇ ਹਾਂ, ਠੀਕ ਹੈ, ਸਟਾਲਾ ਜਿਹਨੂੰ ਕਹਿੰਦੇ, ਨਾਲ ਵਿੱਚ ਪੜਾਲੀ ਉਤਰ ਕੇ ਪਾਈ ਦੀ। ਅੱਛਾ ਕਿੰਨਾ ਸਟਾਲਾ ਇਹਨਾਂ ਜਾਨਵਰਾਂ ਵਾਸਤੇ ਰੱਖਿਆ ਜੇ ਬੀਜਿਆ ਜੇ? ਇਹ ਤਕਰੀਬਨ ਬੀਜੇ ਅੱਜ 3.5 ਪੈਲੀਆਂ, ਵਿੱਚੋਂ 1.5 ਪੈਲੀ ਸੇਲ ਕਰ ਦਿੱਤੀ। 3.5 ਕਿੱਲੇ ਜੀ? 1.5 ਪੈਲੀ ਸੇਲ ਕਰ ਦਿੱਤੀ ਇਜ਼ਾਫੀ ਹੀ, ਠੀਕ ਹੈ। ਉਹ 1 ਕਿਲੋ ਸੇਲ ਕੀਤਾ, ਜੇ ਅੱਗੋਂ ਜ਼ਰੂਰਤ ਪਈ ਤੇ ਸੇਲ ਕਰਨਾ, ਨਹੀਂ ਤੇ ਰੱਖਣਾ। 2 ਪੈਲੀਆਂ ਇਹਨਾਂ ਵਾਸਤੇ ਰੱਖੀ ਹੈ ਫਿਲਹਾਲ। ਮਾਸ਼ਾਅੱਲਾ 2 ਕਿੱਲੇ ਤੋਂ ਹਾਂ ਸਟਾਲਾ ਇਹਨਾਂ ਵਾਸਤੇ ਰੱਖਿਆ। ਪਿਛਲੇ ਸਾਲ 1 ਪੈਲੀ ਸੀ, ਹੁਣ ਇਹਨਾਂ ਦਾ ਜ਼ਰਾ ਗਰੋਥ ਵੱਧ ਗਈ ਹੈ, ਜ਼ਰਾ ਇਹਨਾਂ ਦੀ ਖੁਰਾਕ ਵੀ ਵੱਧ ਗਈ ਹੈ, ਜਾਨਵਰ ਵੀ 7-8 ਵੱਧ ਗਏ ਨੇ, ਤੇ ਹੁਣ 2 ਪੈਲੀਆਂ। ਸਟਾਲੇ ਨਾਲ ਕੋਈ ਸੁੱਕਾ ਜਾਂ ਕੋਈ ਵੰਡਾ ਵਗੈਰਾ ਇਸਤੇਮਾਲ ਕਰਵਾ ਰਹੇ, ਪਰਾਲੀ ਵਗੈਰਾ ਕੋਈ ਚੀਜ਼ ਇਹਨਾਂ ਨੂੰ? ਨਹੀਂ, ਸਿਰਫ ਪਰਾਲੀ। ਠੀਕ ਹੈ, ਸਟਾਲੇ ਦੇ ਨਾਲ ਜੀ, ਠੀਕ ਹੈ। ਰੋਜ਼ਾਨਾ ਦੀ ਅੱਛਾ ਦੱਸ ਦਿਓ ਕਿ ਅਖਰਾਜਾਤ ਦੇ ਬਾਰੇ ਦੱਸ ਦਿਓ ਕਿ ਇੱਕ ਕੱਟੇ ਦਾ ਜਾਂ ਇਹਨਾਂ ਦਾ ਸਾਰਿਆਂ ਦਾ ਕਿੰਨਾ ਖਰਚਾ ਆ ਜਾਂਦਾ ਜੀ? ਭਾਈ ਜਾਨ ਅਖਰਾਜਾਤ ਇਹਨਾਂ ਦੇ 2 ਭੈਂਸਾਂ ਰੱਖੀਆਂ, ਇੱਧਰ ਭੈਂਸਾਂ ਵੀ ਦੇਖ ਲਓ, ਕੈਮਰਾ ਤੇ ਹੁਣ ਦਿਖਾਉਂਦਾ, ਚਲੋ ਵੀ ਵਿਖਾ ਦਿੰਦੇ ਦੇਖ ਲੈਣਾ ਬਾਅਦ ਵਿੱਚ। ਇਹ ਭੈਂਸਾਂ ਰੱਖੀਆਂ, ਸਾਰਾ ਖਰਚਾ ਇਹਨਾਂ ਦੀਆਂ ਚੁੱਕਣਗੀਆਂ ਇਨਸ਼ਾਅੱਲਾ। ਅਗਰ ਚੰਗੀ ਨਸਲ ਦੀਆਂ ਇਹਨਾਂ ਦੁੱਧ ਸੇਲ ਕਰਾਂਗੇ, ਜਿੰਨਾ ਇਹਨਾਂ ਦਾ ਖਰਚਾ ਆਏਗਾ ਆਪੀ ਵੀ ਪੀਵਾਂਗੇ ਘਰ, ਨਾਲ ਸੇਲ ਵੀ ਕਰਾਂਗੇ, ਨਾਲ ਤਕਰੀਬਨ 20 ਕੱਟਿਆਂ ਦਾ ਖਰਚਾ ਵੀ ਚੁੱਕਣਾ। ਜ਼ਬਰਦਸਤ। 2 ਮੱਝਾਂ ਕਿੰਨੇ ਦੀਆਂ ਆ ਗਈਆਂ ਹਜੇ? 2 ਮੱਝਾਂ ਤਕਰੀਬਨ 3.25 ਲੱਖ ਦੀਆਂ। ਮਾਸ਼ਾਅੱਲਾ ਤੁਹਾਡਾ ਕਹਿਣ ਦਾ ਮਤਲਬ ਹੈ ਕਿ 3.25 ਲੱਖ ਰੁਪਇਆ ਤੇ ਲਾ ਕੇ ਅਗਰ 2 ਮੱਝਾਂ ਲਿਆਂਦੀ ਜਾਣ ਤਾਂ 22 ਕੱਟਿਆਂ ਦੀ ਉਹ ਜਿਹੜਾ ਨਾ ਅਖਰਾਜਾਤ ਪੂਰੇ ਕਰ ਦਿੰਦੀ ਹੈ। ਹਾਂਜੀ, ਬਿਹਤਰ ਹੋ ਗਿਆ, ਬਿਹਤਰ ਹੋ ਗਿਆ। ਅੱਛਾ ਤਸਵਰ ਭਾਈ, ਤੁਸੀਂ ਇਹਨਾਂ ਨੂੰ ਤਕਰੀਬਨ 1.5 ਸਾਲ ਰੱਖਣਾ ਹੈ। ਹਾਂਜੀ, ਇਹ ਐਵਰੇਜ ਤੁਹਾਨੂੰ ਕੱਟਾ ਪਿਆ 25,000 ਦਾ। 1.5 ਸਾਲ ਬਾਅਦ ਈਦ ਉੱਤੇ ਇੱਕ ਕੱਟਾ ਕਿੰਨੇ ਦਾ ਸੇਲ ਹੋਈ ਇਹਦਾ? ਇਹ ਬਾਈ ਤਕਰੀਬਨ ਜਿਹੜਾ 25,000 ਦੇ ਸਾਰੇ ਐਵਰੇਜ ਪਏ ਨਾ ਜੀ, ਜੇ ਅਸੀਂ ਈਦ ਤੇ ਐਵਰੇਜ ਸੇਲ ਕਰਾਂਗੇ, ਜਿਹੜਾ ਛੋਟਾ ਵੀ ਪਾ ਕੇ, ਛੋਟਾ ਸਮਝੋ ਸਾਡਾ 70,000 ਦਾ ਵਿਕਿਆ, ਵੱਡਾ 1.25 ਲੱਖ ਦਾ ਵਿਕ ਗਿਆ, ਠੀਕ ਹੈ। ਸਾਨੂੰ ਤਕਰੀਬਨ 90,000 ਲੱਖ ਰੁਪਏ ਦਾ ਐਕਸਪੀਰੀਮੈਂਟ ਆਇਆ, ਕਿਉਂਕਿ ਰਮਜ਼ਾਨ ਦੇ ਵਿੱਚ ਫੀਡ ਵੀ ਇਹਨਾਂ ਨੂੰ ਖਵਾਵਾਂਗੇ। ਅੱਛਾ, ਯਾਨੀ ਉਹ ਐਵਰੇਜ 90 ਤੋਂ 1 ਲੱਖ ਦਾ ਸੇਲ ਹੋਈਆਂ ਨੇ ਇਨਸ਼ਾਅੱਲਾ। ਤੇ 1.5 ਸਾਲ ਦੇ ਵਿੱਚ ਇਹਨੇ ਤੁਹਾਡਾ ਇੱਕ ਕੱਟੇ ਨੇ ਕਿੰਨਾ ਕੁ ਖਰਚਾ ਕਰਾਣਾ ਹੈ? ਭਾਈ ਜਾਨਾ ਤੁਹਾਨੂੰ ਪਹਿਲੇ ਦੱਸਿਆ ਸਿਰਫ ਆਪਣੀ ਮਿਹਨਤ ਹੈ, ਬਾਕੀ ਇਹ ਮੱਝਾਂ ਪੂਰਾ ਕਰਨਗੀਆਂ ਇਨਸ਼ਾਅੱਲਾ। ਤੇ ਜਦੋਂ ਤੁਸੀਂ ਇਹਨਾਂ ਨੂੰ ਮੰਡੀ ਚੋਂ ਲੈ ਕੇ ਆਏ ਸੋ
ਉਹ ਦੂਸਰੇ ਇਲਾਕੇ ਚੋਂ ਆਪਣੇ ਇਲਾਕੇ ਚ ਲਿਆਂਦਾ ਸੀ, ਇਹਨਾਂ ਨੂੰ ਪਾਣੀ ਲਾਗ ਦਾ ਕੋਈ ਮਸਲਾ ਤੇ ਨਹੀਂ ਹੋਇਆ? ਨਹੀਂ ਭਾਈ, ਅਸੀਂ ਇਹਨਾਂ ਨੂੰ ਫੌਰੀ ਤੌਰ ਤੇ ਹਿਫਾਜ਼ਤੀ ਟੀਕੇ ਲਗਵਾ ਦਿੱਤੇ ਹਨ। ਇਹ ਕਿਹੜੇ ਕਿਹੜੇ ਲਗਵਾਏ ਇਸ ਜੀ? ਭਾਈ ਜਾਨ ਮੋਖੜ ਹੁੰਦੀ ਏ, ਹੋਰ ਵੈਕਸੀਨ ਇਹਨਾਂ ਦੀ ਜ਼ਰੂਰੀ ਜਿਹੜੀ ਹੁੰਦੀ ਉਹ ਡਾਕਟਰ ਨੂੰ ਬੁਲਾਈਏ ਤੇ ਉਹ ਦੱਸ ਦਿੰਦਾ, ਉਹ ਲਗਾ ਦਿੰਦਾ। ਤੇ ਆਮ ਰੂਟੀਨ ਚ ਇਹਨਾਂ ਨੂੰ ਕੋਈ ਮਿਰਚ ਮਸਾਲਾ ਵੀ ਦਿੰਦੇ ਹੋ? ਮਿਰਚ ਮਸਾਲਾ ਨਮਕ ਰੱਖੇ ਆ ਇਹਨਾਂ ਦੀ ਖੁਰਲੀ ਤੇ, ਚੱਟ ਝੁੱਟ ਲੈਂਦੇ ਨੇ ਤੇ ਹੋਰ ਮਸਾਲਾ ਲਿਆ ਕੇ ਪੱਠਿਆਂ ਦੇ ਉੱਤੇ ਧੂੜ ਦੇਈਦਾ। ਇੱਕ ਦੋ ਵਾਰੀ ਇਹਨਾਂ ਦੀ ਡਵਰਮਿੰਗ ਕੀਤੀ, ਪੇਟ ਤੇ ਜਿਹੜੇ ਕੀੜੇ ਨੇ ਉਹ ਮਰ ਜਾਣ। ਅੱਛਾ, ਉਹ ਜਿਹੜਾ ਤੁਸੀਂ ਮਸਾਲਾ ਕਹਿੰਦੇ ਹੋ ਪੇ ਚਾਰੇ ਦੇ ਉੱਤੇ ਧੂੜਦੇ ਹੋ, ਉਹ ਮਸਾਲਾ ਖੁਦ ਤਿਆਰ ਕੀਤਾ ਜਾਂ ਬਾਜ਼ਾਰ ਚੋਂ ਲੈ ਕੇ ਆਏ? ਬਾਜ਼ਾਰ ਤੋਂ ਲਿਆ। ਉਹਦਾ ਕੀ ਨਾਂ ਹੈ? ਉਹਦਾ ਨਾਂ ਉਹ ਤਕਰੀਬਨ ਉਹਨੂੰ ਪਾਊਡਰ ਹੀ ਆਂਦੇ ਨੇ, ਉਹਨੂੰ ਆਂਦੇ ਨੇ ਡੰਗਰਾਂ ਦੇ ਨਮਕ ਦਾ ਪਾਊਡਰ ਦੇ ਛੜੇ। ਤੇ ਉਹ ਕਿੰਨੇ ਦਿਨ ਬਾਅਦ ਤੁਸੀਂ ਉਹ ਜਿਹੜਾ ਮਸਾਲਾ ਉਹਨਾਂ ਨੂੰ ਖਿਲਾਉਂਦੇ ਹੋ? ਕੋਈ ਖਾਸ ਦਿਨ ਨਹੀਂ ਹੈ, ਕੋਈ ਤਕਰੀਬਨ ਜਦੋਂ ਦਿਲ ਚਾਹੇ ਪਾ ਲਿਆ। ਅੱਛਾ, ਇਹ ਜਿਹੜਾ ਤੁਸੀਂ ਸ਼ੈੱਡ ਤਿਆਰ ਕੀਤਾ ਇੰਨੇ ਬੱਚਿਆਂ ਵਾਸਤੇ, ਇਹਦੇ ਤੇ ਕਿੰਨੇ ਖਰਚਾ ਆ ਗਿਆ? ਪਾਈਪ ਵਗੈਰਾ ਜਿਹੜਾ ਲਗਾਏ ਨੇ ਤੁਸੀਂ, ਇਹਦੇ ਤੇ ਕਿੰਨਾ ਖਰਚਾ ਆ ਗਿਆ ਸੱਜ? ਭਾਈ ਇਹ ਖਰਚਾ ਤਕਰੀਬਨ ਸਾਰੇ ਡੇਰੇ ਦਾ ਲਾਈਏ ਖਰਚਾ। ਹਾਂਜੀ, ਮਾਸ਼ਾਅੱਲਾ ਬਿਹਤਰੀਨ ਡੇਰਾ ਬਣਿਆ, ਇੱਧਰ ਦੇਖ ਸਕਦੇ ਹੋ ਤੁਸੀਂ। ਜਗ੍ਹਾ ਤੇ ਅਖਰਾਜਾਤ ਸਾਨੂੰ ਦੱਸ ਦਿਓ ਡੇਰੇ ਦੇ। ਤਕਰੀਬਨ ਅਖਰਾਜਾਤ ਜਗ੍ਹਾ ਤੋਂ ਇਲਾਵਾ 20 ਲੱਖ ਰੁਪਏ ਲੱਗਦੇ ਨੇ। 20 ਲੱਖ ਰੁਪਏ ਡੇਰਾ ਤਿਆਰ ਕਰਨ ਤੇ? ਹਾਂਜੀ। ਉਹ ਤੇ ਡੇਰਾ ਸਾਰਾ ਤਿਆਰ ਕਰਨ ਦੇ ਹੋਗਾ। ਸਿਰਫ ਇਹ 22 ਬੱਚੇ ਜਿਹੜੇ ਤੁਸੀਂ ਰੱਖੇ ਨੇ ਪਾਈਪਾਂ ਵਗੈਰਾ ਲਾ ਕੇ, ਪਾਈਪਾਂ ਦਾ ਕਿੰਨਾ ਖਰਚਾ ਆਇਆ ਇਹ ਦੱਸ ਦਿਓ ਬੰਦ ਕਰਨ ਦਾ? ਪਾਈਪਾਂ ਦੇ ਤਕਰੀਬਨ ਕੋਈ 40-50 ਹਜ਼ਾਰ ਆ ਜੀ। 40-50 ਹਜ਼ਾਰ ਰੁਪਇਆ? ਹਾਂਜੀ। ਠੀਕ ਹੈ। ਜਗ੍ਹਾ ਸਾਰੀ ਕੱਚੀ ਰੱਖੀ ਜੇ ਡੇਰੇ ਦੀ? ਨਹੀਂ, ਉਹ ਅੰਦਰ ਰਸੋਲ ਲੱਗਾ ਹੈ, ਖੁਰਲੀ ਦੇ ਵੱਲੇ ਰਸੋਲ ਲੱਗਾ ਹੈ, ਜਿੱਦਣ ਕਿਤੇ ਬਾਰਿਸ਼ ਆਈਏ ਫਿਰ ਉਧਰ ਰੱਖੀਦਾ, ਇੱਧਰ ਜ਼ਿਆਦਾ ਖਰਾਬ। ਅੱਛਾ, ਕੱਚੇ ਦੇ ਪੈਰ ਨਹੀਂ ਖਰਾਬ ਹੁੰਦੇ ਇਹਨਾਂ ਦੇ? ਕੱਚੇ ਤੇ ਸਗੋਂ ਇਹਨਾਂ ਦੇ ਪੈਰ ਠੀਕ ਰਹਿੰਦੇ ਨੇ, ਪੱਕੇ ਤੇ ਖਰਾਬ ਹੁੰਦੇ ਨੇ। ਜਾਂ ਗਾਈਆਂ ਦੇ ਖਰਾਬ ਹੋ ਜਾਂਦੇ, ਇਹਨਾਂ ਦੇ ਖਰਾਬ ਨਹੀਂ ਹੁੰਦੇ ਕੋਈ? ਨਹੀਂ। ਅੱਛਾ ਤਸਵਰ ਭਾਈ, ਅਗਰ ਕੋਈ ਭਾਈ ਤੁਹਾਡੇ ਕੋਲੋਂ ਕੱਟਾ ਖਰੀਦਣਾ ਚਾਹੁੰਦਾ ਹੈ ਜਾਂ ਕੱਟਿਆਂ ਦੇ ਬਾਰੇ 'ਚ ਕੋਈ ਮਾਲੂਮਾਤ ਲੈਣਾ ਚਾਹੁੰਦਾ ਹੈ ਤੇ ਤੁਹਾਡੇ ਨਾਲ ਰਾਬਤਾ ਕਰ ਸਕਦਾ ਹੈ? ਜੀ ਫਿਲਹਾਲ ਵੇਚਣ ਦੀ ਸਲਾਹ ਨਹੀਂ ਹੈ, ਕਿਉਂਕਿ ਵੱਡੀ ਤੇ ਵੇਚਣ ਦੀ ਸਲਾਹ ਹੈ। ਵੈਸੇ ਮਾਲੂਮਾਤ ਦੇ ਤੌਰ ਤੇ ਰਾਬਤਾ ਕਰ ਸਕਦਾ ਹੈ? ਜੀ ਜ਼ਰੂਰ। ਕੋਈ ਨੰਬਰ ਵਗੈਰਾ ਦੇ ਦਿਓ, ਦੇਖ ਲਓ। ਲਿਖਾਓ। 0331 ਜੀ 0403 342। ਜੀ ਬਹੁਤ ਸ਼ੁਕਰੀਆ ਜਨਾਬ, ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਹੈ, ਅੱਛੀ ਗੁਫ਼ਤਗੂ ਕੀਤੀ ਹੈ। ਅੱਲਾ ਹਾਫਿਜ਼। ਅੱਲਾ ਹਾਫਿਜ਼।